میں نے کہا تھا انشاءاللہ فروری تک الیکشن ہو جائیں گے. کیوں؟ اس وقت ملک جس سچویشن میں ہے نا, فوج اس کا گند اپنے کندھوں پہ اٹھانے کے لیے تیار نہیں ہے. ان کی ہمیشہ خواہش یہی ہوتی ہے کہ کوئی پولیٹیشین ہی کالخ اپنے منہ کے اوپر ملے, ہمیں کوئی گالی نہ نکالے. تو ظاہر ہے یہ اکانومی ظاہر ہے وہ سنبھال بھی نہیں سکتے. جب سنبھال نہیں سکتے تو سامنے کوئی پولیٹیشین بھی چاہیے جو آ کے اسے سنبھالے, اور اگر خدا نہ خواستہ نہ سنبھلے تو اس گناہ کا وبال بھی اس کے اوپر جائے, تو وہ ووٹ کر نہیں سکتے. کوئی فوجی گورنر نہیں وہاں چاہیے. دیکھ لیں حضرت عمر بھی کتنے ڈیموکریٹک تھے, وہ کہتے تھے فوجی نہیں حکومت چلا سکتے. ہاں, انہوں نے کہا ابو عبیدہ ابن جرح کو بھیجوں گا جس کی رسول اللہ کے ساتھ صحبت ہے, وہ سیاسی معاملات کو چلا سکتے ہیں, کیونکہ تم تلوار کی زبان سے بات کرو گے, تلوار سے آپ عوام کو نہیں قابو کر سکتے. اس کے لیے ڈاکٹرن کی ضرورت ہوتی ہے, سیاسی سمجھ بوجھ کی ضرورت ہوتی ہے. تو لوگوں کو تو پتہ ہی نہیں ہے کہ حضرت عمر نے کوئی جذباتی ڈیسیژن کیتا ہے. بالکل صحیح ڈیسیژن کیتا سی, بالکل صحیح ڈیسیژن کیا تھا. ایسا تو نہیں ہوتا. ہاں ہاں, نقل لائی انہوں نے بھی, وہ ساری کی ساری امیدیں تو بڑھ گئیں. اچھا ٹھیک ہے, یعنی کہ مر گئیں. ٹھیک ہے نا. Hey guys, welcome back to our channel. ਜਨਾਬ ਪੰਜਾਬ ਰਿਲ ਟੀਵੀ and I am your host ਦੋਸਤ ਨਮੀਤ ਸਿੰਘ. ਪਾਕਿਸਤਾਨ ਦੇ ਵਿੱਚ ਇਲੈਕਸ਼ਨ ਹੋ ਚੁੱਕੇ ਆ. ਇਲੈਕਸ਼ਨਸ ਦਾ ਜੋ ਰਿਜ਼ਲਟ ਆ ਉਹ ਲੋਕਾਂ ਦਾ ਕੁਝ ਹੋਰ ਹੈ ਤੇ ਉੱਥੋਂ ਦੀ ਜੁਡੀਸ਼ਰੀ ਦਾ ਅਜੇ ਤੱਕ ਕੁਝ ਹੋਰ ਹੈ. ਜਦੋਂ ਤੱਕ ਕੋਰਟਸ ਦੇ ਵਿੱਚ ਜੋ 45 ਫਾਰਮਸ ਆ ਉਹ ਜਾਣਗੇ, ਉਸ ਤੋਂ ਬਾਅਦ ਕੀ ਰਿਜ਼ਲਟ ਆਉਂਦਾ ਦੇਖਦੇ ਆ. ਕਿਉਂਕਿ ਪੀਟੀਆਈ ਦੇ ਜਿਹੜੇ ਵਰਕਰ ਹੈ, ਉਮੀਦਵਾਰ ਹੈ, ਉਹਨਾਂ ਨੇ ਅਦਾਲਤਾਂ ਦਾ ਰੁਖ ਕਰਨਾ ਸ਼ੁਰੂ ਕਰਤਾ. ਇਹਦੇ ਚੱਲਦੇ ਹੋਏ ਮੈਂ ਵੇਟ ਕਰ ਰਿਹਾ ਸੀ ਕਿ ਅਲੀ ਮਿਰਜ਼ਾ ਸਾਹਿਬ ਦੀ ਕੋਈ ਇੱਦਾਂ ਦੀ ਵੀਡੀਓ ਜਿਹਦੇ ਵਿੱਚ ਉਹਨਾਂ ਨੇ ਇਲੈਕਸ਼ਨਸ ਦੀ ਗੱਲ ਕੀਤੀ ਗਈ ਹੋਵੇ. ਹੋਪ ਸੋ ਉਹ ਵੀਡੀਓ ਇਹ ਹੁੰਦੀ ਹੈ, ਤੁਸੀਂ ਮੈਨੂੰ ਕਿਸੇ ਨੇ ਭੇਜੀ ਹੈ, ਦੇਖਾਂਗੇ ਜ਼ਰੂਰ. ਲੇਕਿਨ ਪਾਕਿਸਤਾਨ ਦੇ ਵਿੱਚ ਇਸ ਟਾਈਮ ਜਦੋਂ ਤੱਕ ਮੈਂ ਵੀਡੀਓ ਸ਼ੂਟ ਕਰ ਰਿਹਾ ਉਸ ਟਾਈਮ ਤੱਕ ਦਾ ਕੋਈ ਰਿਜ਼ਲਟ ਨਹੀਂ ਆਇਆ ਹਜੇ ਤੱਕ ਕਿ ਕਿਹਦੀ ਪਾਰਟੀ ਬਣੇਗੀ, ਕਿਹੜੀ ਸਰਕਾਰ ਦੀ ਪਾਰਟੀ ਬਣੇਗੀ. ਲੇਕਿਨ ਵਿਕਟਰੀ ਸਪੀਚ ਫਿਰ ਵੀ ਨਵਾਜ਼ ਸ਼ਰੀਫ ਦੇ ਵੱਲੋਂ ਦਿੱਤੀ ਜਾ ਚੁੱਕੀ ਹੈ. ਲੋਕਾਂ ਦਾ ਫੈਸਲਾ ਕੀ ਹੋਊਗਾ ਉਹ ਹਜੇ ਦੇਖਣਾ ਬਾਕੀ ਹੈ. ਜ਼ਿਆਦਾਤਰ ਜਿਹੜੀਆਂ ਸੀਟਾਂ ਉਹ ਪੀਟੀਆਈ ਹੀ ਲੈ ਕੇ ਗਈ ਹੈ ਐਜ਼ ਅ ਆਜ਼ਾਦ ਕੈਂਡੀਡੇਟ, ਕਿਉਂਕਿ ਇਮਰਾਨ ਖਾਨ ਆਪਣਾ ਜੋ ਚੋਣ ਨਿਸ਼ਾਨ ਹੈ ਉਹ ਗਵਾ ਬੈਠੇ ਸੀ, ਜਿਹੜਾ ਚੋਣ ਨਿਸ਼ਾਨ ਸੀ ਬੱਲਾ, ਤੇ ਫਿਰ ਸਾਰੇ ਜਾਣੇ ਆਜ਼ਾਦ ਕੈਂਡੀਡੇਟ ਦੇ ਜ਼ਰੀਏ ਹੀ ਜਿਹੜਿਆਂ ਨੇ ਚੋਣਾਂ ਲੜੀਆਂ. ਜਿਹੜੇ ਇੱਦਾਂ ਦੇ ਵਰਕਰ ਵੀ ਸੀਗੇ ਕਿ ਜਿਨ੍ਹਾਂ ਨੂੰ ਜਿਹੜੇ ਕਿ PMLN ਜਾਂ ਫਿਰ PPP ਦੇ ਸੀਗੇ, ਜਿਨ੍ਹਾਂ ਨੂੰ ਜਿੱਤ ਹੈ ਜਿਹੜੀ ਉਹ ਦਿੱਤੀ ਗਈ ਥਾਲੀ ਵਿੱਚ ਪਰੋਸ ਕੇ, ਲੇਕਿਨ ਉਹਨਾਂ ਨੇ ਆਪਣੀ ਗੈਰਤ ਦਿਖਾਉਂਦੇ ਹੋਏ ਕਿਹਾ ਕਿ ਨਹੀਂ, ਇਸ ਇਲਾਕੇ ਦੇ ਵਿੱਚ ਸਿਰਫ ਤੇ ਸਿਰਫ PTI ਜਿੱਤੀ ਹੈ, ਇਮਰਾਨ ਖਾਨ ਜਿੱਤਿਆ, ਅਸੀਂ ਭੀਖ ਦੇ ਵਿੱਚ ਮਿਲੀ ਹੋਈ ਜਿੱਤ ਜਿਹੜੀ ਨਹੀਂ ਲਵਾਂਗੇ. ਉਹਦੇ ਦੂਜੇ ਪਾਸੇ ਚੱਲਦੇ ਹੋਏ ਕਈ ਸਾਰੇ ਪਾਕਿਸਤਾਨ ਦੇ ਲੋਕ ਵੀ ਹੈ ਜਿਹੜੇ ਕਹਿੰਦੇ ਕਿ ਕੋਈ ਧਾਂਦਲੀ ਨਹੀਂ ਹੋਈ, ਕੋਈ ਸਕੈਮ ਨਹੀਂ ਹੋਇਆ, ਕੋਈ ਇਲੈਕਸ਼ਨ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਨਹੀਂ ਆਈਆਂ. ਪਰ ਐਟ ਦਾ ਅਦਰ ਹੈਂਡ ਇੱਦਾਂ ਦੇ ਵੀ ਲੋਕ ਆ ਜਿਹੜੇ ਨਿਊਜ਼ ਮੀਡੀਆ ਵਾਲੇ ਲੋਕ ਹੈ, ਚਾਹੇ ਉਹ ਪਾਕਿਸਤਾਨ ਦੀ ਇੰਟਰਨਲ ਮੀਡੀਆ, ਚਾਹੇ ਉਹ ਐਕਸਟਰਨਲ ਐਂਡ ਇੰਟਰਨੈਸ਼ਨਲ ਮੀਡੀਆ, ਜਿਹੜੀ ਕਿ ਦੱਸ ਰਹੀ ਹੈ ਕਿ ਇਹੋ ਜਿਹਾ ਇਲੈਕਸ਼ਨ ਹੁਣ ਤੱਕ ਦੁਨੀਆ ਭਰ ਦੇ ਵਿੱਚ ਕਿਤੇ ਵੀ ਨਹੀਂ ਹੋਇਆ ਜਿਹੜਾ ਕਿ ਉੱਥੇ ਹੋਇਆ. ਸੋ ਐਟ ਦਾ ਐਂਡ ਜਿਹੜੀ ਇੱਕ ਗੱਲ ਨਿਕਲ ਕੇ ਆਉਂਦੀ ਹੈ ਨਾ ਮੈਨੂੰ, ਉਹ ਮੇਰੀ ਜੋ ਪਰਸਨਲ ਓਪੀਨੀਅਨ ਹੈ ਕਿ ਲੋਕਾਂ ਦੀ ਜਿਹੜੀ ਵੋਟ ਹੈ ਨਾ ਉਹ ਹੱਕ ਸੱਚ ਦੀ ਹੈ ਯਾਰ, ਉਹਦਾ ਮੁੱਲ ਪੈਣਾ ਚਾਹੀਦਾ. ਜੇਕਰ ਕਿਸੇ ਬੰਦੇ ਨੇ ਨਵਾਜ਼ ਸ਼ਰੀਫ ਨੂੰ ਵੋਟ ਪਾਈ ਹੈ ਤਾਂ ਉਹਨੂੰ ਉਹਦਾ ਹੱਕ ਮਿਲਣਾ ਚਾਹੀਦਾ, ਤੇ ਜੇਕਰ ਕਿਸੇ ਨੇ ਇਮਰਾਨ ਖਾਨ ਨੂੰ ਵੋਟ ਪਾਈ ਹੈ ਤਾਂ ਉਹਨੂੰ ਉਹਦਾ ਹੱਕ ਮਿਲਣਾ ਚਾਹੀਦਾ. ਲੋਕੀ ਜਿਹਦੀ ਸਰਕਾਰ ਚਾਹੁੰਦੇ ਆ ਉਹਨੂੰ ਉਹਦੀ ਸਰਕਾਰ ਮਿਲਣੀ ਚਾਹੀਦੀ ਆ, ਠੀਕ ਹੈ, ਕਿਉਂਕਿ ਲੋਕਾਂ ਦੀ ਵੋਟ ਹੈ, ਲੋਕਾਂ ਦਾ ਟੈਕਸ ਹੈ, ਲੋਕਾਂ ਦਾ ਪੈਸਾ ਹੈ, ਲੋਕਾਂ ਦਾ, ਤੁਹਾਡੇ ਲੋਕਾਂ ਦਾ ਇਹ ਦੇਸ਼ ਹੈ. ਮੈਂ ਇੱਕ ਐਜ਼ ਅ ਕੰਟੈਂਟ ਕ੍ਰੀਏਟਰ ਇਹ 'ਤੇ ਗੱਲ ਇਸ ਕਰਕੇ ਕਰਦਾ ਕਿਉਂਕਿ ਮੈਂ ਆਲਰੇਡੀ ਤੁਹਾਡੇ ਪਾਕਿਸਤਾਨ ਦੇ ਬਹੁਤ ਸਾਰੀਆਂ ਵੀਡੀਓਜ਼ ਬਣਾਉਣਾ, ਠੀਕ ਹੈ, ਤੇ ਮੇਰਾ ਇੱਥੇ ਵੀ ਫਰਜ਼ ਬਣਦਾ ਤੇ ਮੈਂ ਵੀਡੀਓ ਬਣਾਉਂਦਾ ਰਹੂੰਗਾ. ਹਾਲਾਂਕਿ ਲੋਕੀ ਜਿਹੜੇ ਕੁਝ ਕੁ ਹੁੰਦੇ ਆ ਨਾ ਵਿੱਚ, ਉਹ ਮੈਨੂੰ ਕਹਿੰਦੇ ਆ ਕਿ ਤੁਸੀਂ ਕੀ ਲੈਣਾ ਦੇਣਾ, ਤੁਸੀਂ ਆਪਣਾ ਇੰਡੀਆ ਦਾ ਦੇਖੋ. ਪਰ ਜਦੋਂ ਮੈਂ ਤੁਹਾਡੀਆਂ ਐਂਟਰਟੇਨਮੈਂਟ ਨਾਲ ਰਿਲੇਟਡ ਡਰਾਮਾਜ਼, ਰਿਲੀਜੀਅਸ, ਉਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਮੋਟ ਕਰਦਾ ਨਾ, ਤਾਂ ਉਦੋਂ ਵੀ ਫਿਰ ਤੁਸੀਂ ਮੈਨੂੰ ਇਹ ਗੱਲ ਕਿਹਾ ਕਰੋ ਕਿ ਤੁਸੀਂ ਆਪਣਾ ਦੇਖੋ. ਪਰ ਉਦੋਂ ਤੁਸੀਂ ਨਹੀਂ ਕਹਿੰਦੇ, ਕਿਉਂਕਿ ਇਨਸਾਨ ਦੀ ਫਿਤਰਤ ਹੈ ਕਿ ਉਹ ਹਮੇਸ਼ਾ ਪੋਜ਼ਿਟਿਵ ਤੇ ਇੱਕ ਤਾਰੀਫ ਸੁਣਨਾ ਪਸੰਦ ਕਰਦਾ. ਪਰ ਐਟ ਦਾ ਅਦਰ ਹੈਂਡ ਇੱਕ ਜੈਨੂਅਨ ਰਿਐਕਸ਼ਨ ਦੇਣ ਦੇ ਨਾਤੇ ਮੇਰਾ ਹੱਕ ਬਣਦਾ ਕਿ ਮੈਂ ਓਨੈਸਟ ਆਪਣਾ ਰਿਐਕਸ਼ਨ ਦੇਵਾਂ. ਸੋ ਅੱਜ ਦੀ ਜਿਹੜੀ ਵੀਡੀਓ ਆ ਅਲੀ ਮਿਰਜ਼ਾ ਸਾਹਿਬ ਦੀ, ਦੇਖਦੇ ਹਾਂ ਵਿਦਆਊਟ ਵੇਸਟਿੰਗ ਟਾਈਮ. ਵੀਡੀਓ ਵੱਲ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਆਪਣੇ ਚੈਨਲ ਤੇ ਓਫੀਸ਼ੀਅਲ ਮਰਚੈਂਡਾਈਜ਼ ਦੇ ਅੰਡਰ ਕਾਫੀ ਸਾਰੇ ਟੀ-ਸ਼ਰਟ ਡਿਜ਼ਾਈਨਸ ਹੈ ਜਿਹੜੇ ਕਿ ਪਏ ਹੋਏ ਆ, ਜਾ ਕੇ ਇਹਨਾਂ ਨੂੰ ਇੱਕ ਵਾਰ ਚੈੱਕਆਊਟ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਆਪਣੀ ਸਪੋਰਟ ਸਾਨੂੰ ਜ਼ਰੂਰ ਦਿਖਾਓ. ਤੁਸੀਂ ਚੈਨਲ ਨੂੰ ਜੁਆਇਨ ਕਰਕੇ ਆਪਣੀ ਮੈਂਬਰਸ਼ਿਪ ਵੀ ਲੈ ਸਕਦੇ ਹੋ ਤੇ ਸਾਨੂੰ ਸਪੋर्ट दिखा सकते हो. पाकिस्तानी फौज को पाकिस्तान की अवाम की फौज होना चाहिए, किसी सियासी जमात की फौज नहीं होना चाहिए. ये असल मसला है. पहले ये फौज पीटीआई की फौज बनी हुई थी, अब दूसरी पार्टियों की फौज बनी हुई है. ये काम नहीं होना चाहिए. सारी पार्टियों के लिए बराबर वाला मामला होना चाहिए. हम तो इस प्लेटफॉर्म से
کوئی بندے بھرتی نہیں کریں گے, ہم کوئی پروٹیسٹ نہیں کریں گے, کوئی روڈ بلاک نہیں کریں گے, لیکن اپنی زبان کے ذریعے حق بات ضرور کرتے رہیں گے تاکہ اپنے بڑوں. ਅੱਛਾ ਇੱਕ ਗੱਲ ਮੈਂ ਇੱਥੇ ਐਡ ਆਨ ਜ਼ਰੂਰ ਕਰਨਾ ਚਾਹੂੰਗਾ, ਚਾਹੇ ਉਹ ਪੀਟੀਏ ਦੀ ਫੌਜ ਬਣੀ ਸੀ, ਲੇਕਿਨ ਉਸ ਤੋਂ ਪਹਿਲਾਂ ਜਿੰਨਾ ਵੀ ਪਿੱਛੇ 76-77 ਸਾਲਾਂ ਦਾ ਇਤਿਹਾਸ ਆ ਉਹਦੇ ਵਿੱਚ ਕਦੇ ਪਾਕਿਸਤਾਨ ਦਾ ਰਾਜ ਮਤਲਬ ਪਾਕਿਸਤਾਨ ਦੀ ਜੋ ਲੋਕਤੰਤਰੀ ਸਰਕਾਰ ਆ ਉਹਦਾ ਰਾਜ ਆ ਗਿਆ, ਕਦੇ ਜਿਹੜੀ ਹੈ ਫੌਜ ਦਾ ਰਾਜ ਆ ਗਿਆ, ਲੇਕਿਨ ਹੁਣ ਤੱਕ ਸਭ ਤੋਂ ਜ਼ਿਆਦਾ ਜਿਹੜਾ ਰਾਜ ਰਿਹਾ ਉਹ ਫੌਜ ਦਾ ਰਾਜ ਰਿਹਾ. ਫੌਜ ਦੀ ਇਨਵੋਲਵਮੈਂਟ ਹਮੇਸ਼ਾ ਸਰਕਾਰ ਦੇ ਵਿੱਚ ਹੁੰਦੀ ਰਹੀ ਹੈ, ਜਿਹੜੀ ਕਿ ਆਈ ਥਿੰਕ ਇੱਕ ਹੱਦ ਤੱਕ ਹੋਣੀ ਚਾਹੀਦੀ ਹੈ. ਲੇਕਿਨ ਪਾਕਿਸਤਾਨ ਦੀ ਜਿਹੜੀ ਫੌਜ ਹੈ ਸ਼ਾਇਦ ਉਹ ਦੁਨੀਆ ਦੇ ਵਿੱਚ ਇਕਲੌਤੀ ਫੌਜ ਹੈ ਜਿਹੜੀ ਬਿਜ਼ਨਸ ਮਾਈਂਡਸੈਟ ਨਾਲ ਕੰਮ ਵੀ ਕਰਦੀ ਹੈ. ਤੇ ਪਾਕਿਸਤਾਨ ਦੇ ਵਿੱਚ ਸ਼ਾਇਦ ਅਫੀਮ ਦੀ ਖੇਤੀ ਹੈ ਜਿਹੜੀ ਉਹ ਵੀ ਪਾਕਿਸਤਾਨ ਦੀ ਆਰਮੀ ਕਰਦੀ ਹੈ. ਅਫਗਾਨਿਸਤਾਨ ਪਹਿਲਾਂ ਨੰਬਰ 1 ਤੇ ਸੀ ਤੇ ਹੁਣ ਕਹਿੰਦੇ ਵੀ ਨੰਬਰ 1 ਤੇ ਹੁਣ ਹੈਗਾ ਅਫੀਮ ਦੀ ਖੇਤੀ ਵਿੱਚ ਮਿਆਂਮਾਰ. ਠੀਕ ਹੈ, ਤੇ ਤੁਹਾਨੂੰ ਲੱਗਣਾ ਮੈਂ ਪਾਕਿਸਤਾਨ ਦਾ ਨਾਮ ਲੈ ਲੱਗਾ, ਪਰ ਨਹੀਂ, ਮੈਂ ਜੈਨੂਅਨ ਚੀਜ਼ ਹੀ ਦੱਸੂੰਗਾ ਜਿਹੜੀ ਗੂਗਲ ਦੇ ਡੇਟਾ ਦੇ ਵਿੱਚ ਦਰਜ ਹੈ. ਸੋ ਹੁਣ ਮਿਆਂਮਾਰ ਦੇ ਵਿੱਚ ਅਫੀਮ ਦੀ ਖੇਤੀ ਜ਼ਿਆਦਾ ਹੁੰਦੀ ਹੈ. ਕਿੱਧਰ ਨੂੰ ਤੁਰ ਪਿਆ ਪਰ ਚਲੋ ਮੈਂ ਕਿਹਾ ਚਲੋ ਇੱਕ ਫੈਕਟ ਦੱਸਦਾ ਤੁਹਾਨੂੰ. ਆਜੋ ਦੇਖੀਏ ਅੱਗੇ. को ये चीज रियलाइज करवाते रहे कि यार तुमने मरना है, किसी के साथ जुल्म नहीं होना चाहिए. खैर इस आर्मी चीफ की तो अभी तक इस हवाले से कोई इस तरह की स्टेटमेंट नहीं आई है. मुझे तो यानी मैंने उस वक्त भी जब पीटीआई वाले और पीपल्स पार्टी वाले कह रहे थे इलेक्शन कोई नहीं होंगे, मैंने कहा था इंशाल्लाह फरवरी तक इलेक्शन हो जाएंगे. क्यों? इस वक्त मुल्क जिस सिचुएशन में है ना, फौज इसका गंद अपने कंधों पे उठाने के लिए तैयार नहीं है. उनकी हमेशा ख्वाहिश यही होती है कि कोई पॉलिटिशियन ही कालख अपने मुंह के ऊपर मले, हमें कोई गाली ना निकाले. तो ज़ाहिर है ये इकोनॉमी ज़ाहिर है वो संभाल भी नहीं सकते. जब संभाल नहीं सकते तो सामने कोई पॉलिटिशियन भी चाहिए जो आके इसे संभाले, और अगर खुदा न खास्ता ना संभले तो इस गुनाह का वबाल भी उसके ऊपर जाए, तो वो वोट कर नहीं सकते. उस वक्त ज़िया उल हक ने इसलिए वोट कर लिया था कि उस वक्त अमेरिका का एक मिशन था रशिया के खिलाफ, और अमेरिका ने कहा था कि भाई हम आपको इतना पैसा देंगे कि आप तो उतना कमा ही नहीं सकते. इसलिए लोग अक्सर कहते हैं ना, डिक्टेटर्स के दौर के अंदर मुल्क बड़ा खुशहाल था, मुशर्रफ के दौर के अंदर भी और ज़िया उल हक के दौर के अंदर भी, इसलिए कि आप लोग किराए के कातिल थे. हाँ, तो खुशहाली होना था. अब उन्हें कोई किराए के कातिल नहीं चाहिए. खुदा के लिए हर बंदा अपना काम करे. हाँ, आर्मी चीफ का काम जो है वो करे. चीफ जस्टिस का जो काम है वो काम बस वही काम करे, और प्राइम मिनिस्टर को ये दोनों अपना अपना काम करने दें. प्राइम मिनिस्टर बेचारा हमेशा पूरी जिंदगी इस चीज के साथ ही अपनी जिंदगी गुजारता है कि मैंने आर्मी को किस तरीके से सेटिस्फाई करना है, मैंने जुडिशरी को किस तरह सेटिस्फाई करना है, और वो अपना काम कर ही नहीं सकता. कोई भी हो प्राइम मिनिस्टर, अब तो सबको हाथ लग चुके हैं अल्लाह के फजल से. तो सारे अपना अपना काम करें. जब तक हम अपना अपना काम नहीं करेंगे ईमानदारी के साथ, उस वक्त तक ये मुल्क आगे नहीं जा सकता. और जब हम अपना काम नहीं कर रहे होते तो यकीनन टाइम तो आपने पास करना है, फिर दूसरों का काम कर रहे होते हैं. और जब दूसरों का काम करते हैं तो अपना काम भी रह जाता है और दूसरों का खराब भी होता है. वो बनता कोई नहीं, जिसको मैं कहता हूं लुच फ्राई करना. ये लुच फ्राई करना छोड़ दें. बाकी जो मुल्क की इकोनॉमी है ज़ाहिर है इतनी आसानी से तो ये अब उठने वाली नहीं है. मैंने तो अपने भाई जो है फैसल वडाइस साहब, जो देखो सुनो जानो वाला करते हैं चैनल, उनसे भी मैंने रिक्वेस्ट की थी. उन्होंने मेरी रिक्वेस्ट के ऊपर एक प्रोग्राम रिकॉर्ड करवाया है. सुलेमान शाह साहब, सुलेमान शाह ही नाम है ना उनका, हाँ सुलेमान शाह साहब, जो मुशर्रफ दौर में भी इसी फील्ड में रहे हैं वजीर. उनके साथ एक उन्होंने ना पॉडकास्ट की है ऑलमोस्ट 1 घंटे की. उसमें उन्होंने कुछ सोल्यूशन दिए हैं कि इकोनॉमी कैसे ऊपर जाए. मैंने तो सारे साफियों को भी कहा, उनको स्पेसिफिकली कहा, वो पढ़ा लिखा बंदा है फैसल वडाइस. मैंने कहा यार रोने तो सारे रोते हैं, आप बताओ निकलना कैसे है ये भी बताओ ना. आप देखो सारे अफलातून बिठाए होते हैं टीवी चैनल्स के ऊपर भी कि जी ये खराब हो गया वो. मैंने कहा निकलेंगे कैसे? तो उन्होंने कुछ सोल्यूशंस दिए हैं, कुछ मैंने भी सजेस्ट किए थे कि सबसे पहले तो हमारी सिक्योरिटी की जो सूरत हाल है, जब तक ये बेहतर नहीं होती फॉरेन इन्वेस्टमेंट यहां नहीं आ सकती. सीधी सी बात है, जहां हम खुद महफूज नहीं है वहां बाहर का कोई बंदा आके इन्वेस्टमेंट कहां से करेगा, ख्वाह वो टूरिज्म की फॉर्म में हो या कोई यहां पे इंडस्ट्री लगाने वाला मामला हो. उसके बाद स्टेबिलिटी भी आनी चाहिए, जो मैं शुरू से कह रहा हूं कि 2 चार्टर लिखे जाने चाहिए. चार्टर ऑफ डेमोक्रेसी, कि कोई किसी की टांग खींच के गवर्नमेंट को नहीं गिराएगा, जिस तरह 2017 में हुआ और 2022 में हुआ. दूसरा चार्टर ऑफ इकोनॉमी, कि गवर्नमेंट बदल भी जाए. ਸਿਰਫ 2017 ਤੇ 2022 ਦੇ ਵਿੱਚ ਨਹੀਂ ਹੋਇਆ, ਜਦੋਂ ਤੋਂ ਇੰਡੀਆ ਪਾਕਿਸਤਾਨ ਆਜ਼ਾਦ ਹੋਇਆ ਉਦੋਂ ਤੋਂ ਇਹੀ ਚੀਜ਼ਾਂ ਹੋਈਆਂ ਕਿ कोई भी प्राइम मिनिस्टर अपना 5 साल का कार्यकाल पूरा नहीं करवाया. तब भी जब एक गवर्नमेंट कोई डिसीजन करे इकोनॉमी के पॉइंट ऑफ व्यू से, वो चलता रहेगा, वो चेंज नहीं होगा. वो सारी की सारी जमातें बैठ के उसके ऊपर डिसीजन करें और 5 दफा असेंबलियों को एक इंसानों की तरफ वक्त पूरा करने दें. फिर इंशाअल्लाह ताला कोई मामला स्टेबिलिटी की तरफ जाएंगे. मतलब उसके बाद जो अमीर लोग हैं इनसे टैक्स लिया जाए. गरीब तो बेचारा साबुन की टिकिया के ऊपर भी दे रहा है टैक्स, पेट्रोल के ऊपर भी. 1 लीटर मोटर बाइक में डलवाता है ना, तो बेचारा वो ऑलमोस्ट तीसरा हिस्सा और बाज़ औक़ात आधा हिस्सा टैक्सेस में दे रहा होता है. और जो महंगी गाड़ियों वाले हैं वो भी उतना ही टैक्स दे रहे होते हैं. और कारोबारी तबका तो आपको पता है वो तो टैक्स चोरी कर रहा होता है. सीधी सी बात है. आपकी कितनी स्टील मिल्स और बाकी इन लोगों के बिजली के बिल देखें आप तो आप हैरान हो जाएंगे. और जब ये क्रैकडाउन शुरू हुआ है तो कारोबारी छोड़ दे, गरीब भी जो है ना बिजली चोरी कर रहा है, अमीर तो कर ही रहा है. तो ये जो चोरियों वाला मामला है ये भी रुके, फौरी इंसाफ वाला मामला हो. टैक्सेस जब तक नहीं होंगे मुल्क नहीं उठेगा, टैक्स के बगैर नहीं हो सकता. ज़कात का निज़ाम उस सूरत में होगा
جب ایمانداری کے ساتھ لوگ زکوٰۃ گورنمنٹ کو دیں اس امید کے اوپر کہ گورنمنٹ صحیح جگہ خرچ کرے گی، اور وہ ہمیں تو کوئی امید نہیں ہے، لہٰذا ہم تو اپنی زکوٰۃ خود ہی دیں گے، سارے اس لیے خود دیتے ہیں۔ اب دوسرا ذریعہ وہ ٹیکسز والا ہے۔ یورپ امریکہ کی ہم بات کرتے ہیں تو بھائی وہاں 40% ٹیکس دیتے ہیں اپنی انکم کا، 100 میں سے 40 روپے گورنمنٹ کو دیتے ہیں، 60 روپے اپنے پاس رکھتے ہیں، تو لیکن گورنمنٹ بھی تو ان کو ساری فیسلٹیز دیتی ہے نا۔ یہاں پہ ایسی صورتحال نہیں ہے۔ ایک صحت کارڈ شروع ہوا تھا، وہ بھی آلموسٹ آخری سانسیں لے رہا ہے، ٹھیک ہے۔ بے نظیر انکم سپورٹ پروگرام جو ہے وہ ماشاءاللہ چل رہا ہے، تو کچھ چیزیں چل رہی ہیں، لیکن زیادہ تر چیزیں تو اپنی موت خود مر جاتی ہیں۔ ابھی پچھلے دنوں میں خبروں میں دیکھ رہا تھا کہ پنڈی اسلام آباد کے 6 ہاسپٹلز کے پاس بجٹ ہی ختم ہو گیا۔ وہ جو غریب لوگ علاج کرواتے تھے وہ کہتے ہیں ہمارے پاس پیسے نہیں، کہاں سے؟ ظاہر ہے ملک کمائے گا تو خود بھی کھائے گا اور کسی کو کھلائے گا نا۔ ملک ہمارا کما تو کوئی نہیں رہا، یہ ادھار کے پیسے اٹھاتے ہیں، وہ خرچ کر دیتے ہیں۔ بھائی ادھار ہمیں اس لیے ملتا ہے کہ ہم آگے، سب سے زیادہ دنیا میں اگر کوئی مقروض ہے تو امریکہ ہے، اور ٹاپ پہ بھی اکانومی ہے تو امریکہ کی ہے۔ بھائی اگر وہ اٹھاتے ہیں نا قرضہ تو وہ اس کو انویسٹ کر کے اس میں سے جنریٹ بھی کرتے ہیں، ہم صرف لے کے کھاتے رہتے ہیں، جب ختم ہو جاتا ہے تو پھر ہم کسی سے اور ادھار مانگتے ہیں، تو کب تک کوئی ادھار ہمیں دے گا؟ ایک اصول کے اوپر کھڑے ہوں، پہلے مسلمان بنے پھر پاکستانی بنے، اور اس کے بعد آپ نے اسٹیبلشمنٹ کا اعلی کار بننا ہے، ان کا بنے، پی ٹی آئی کا یا نون لیگ کا یا پیپلز پارٹی کا اعلی کار بننا ہے، وہ بعد میں بنے۔ پہلے آپ اپنی جو کمٹمنٹ ہے نا وہ پوری کریں، جو اللہ کے ساتھ ہے اور جو اس ملک کے ساتھ ہے، اس ملک کے آئین کے ساتھ ہے۔ یہ اپنی باقی جو ایفیلیشنز ہیں نا ان کو بعد میں لے کے آئیں، لیکن ہم لوگ جو ہے نا اپنے ذاتی مقاصد کو پہلے نمبر پہ رکھتے ہیں، باقی ساری چیزوں کو بعد میں لے کے آتے ہیں، اور پھر وہ دیکھ لیں اب کیا اشر ہو رہا ہے۔ ساروں نے مدد ਜਿਹੜੀ ਇਹ ਗੱਲ ਅਲੀ ਮਿਰਜ਼ਾ ਸਾਹਿਬ ਕਹਿ ਰਹੇ ਹੈ ਨਾ, ਇਹ ਪੋਸੀਬਲ ਹੀ ਨਹੀਂ ਹੈ, ਕਿਉਂਕਿ ਪੋਲਿਟਿਕਸ ਦੇ ਵਿੱਚ ਰਿਲੀਜਨ ਲੋਕੀ ਜੇਕਰ ਮੰਨਦੇ ਹੁੰਦੇ ਤਾਂ ਯਾਰ ਇੰਡੀਆ ਪਾਕਿਸਤਾਨ ਦੇ ਵਿੱਚ ਬਹੁਤ ਵਧੀਆ ਵਧੀਆ ਸਰਕਾਰਾਂ ਹੁੰਦੀਆਂ, ਆਪੋਜੀਸ਼ਨ ਪਾਰਟੀਆਂ ਵੀ ਇੱਕ ਦੂਜੇ ਨਾਲ ਰਲ ਕੇ ਕੰਮ ਕਰਦੀਆਂ, ਲੇਕਿਨ ਆਪਣੇ ਦੇਸ਼ਾਂ 'ਚ ਤੇ ਆਪੋਜੀਸ਼ਨ ਪਾਰਟੀ ਹੁੰਦੀ ਜਿਹੜੀ ਉਹਨਾਂ ਨੂੰ ਗਾਲਾਂ ਹੀ ਬੜੀਆਂ ਪੈਂਦੀਆਂ। ਜਦੋਂ ਵੀ ਕਦੇ ਇਹਨਾਂ ਦੀ ਕੋਈ ਸਪੀਚ ਹੁੰਦੀ ਹੈ ਤਾਂ ਉੱਥੋਂ ਸੁਣਦੇ ਹਾਂ ਆਪਾਂ ਨਾ ਕਿ ਕਿਵੇਂ ਮਾਂ ਭੈਣ ਇੱਕ ਕਰਦੇ ਇੱਕ ਦੂਜੇ ਦੀ, ਕਿੰਨਾ ਰੋਸਟ ਕਰਦੇ ਆ, ਕਿੰਨੀ ਵਲਗਰ ਲੈਂਗੁਏਜ ਵੀ ਕਈ ਵਾਰੀ ਯੂਜ਼ ਕਰਦੇ ਆ ਆਪਣੀਆਂ ਸਪੀਚਾਂ ਦੇ ਵਿੱਚ, ਜੋ ਵੋਟਿੰਗ ਕੈਂਪੇਨ ਹੁੰਦੇ ਆ ਉਹਨਾਂ ਦੇ ਵਿੱਚ, اور بہت کچھ ہے۔ ہاں قرآن پاک میں اللہ تعالیٰ نے واضح یہ فرمایا وَلَا يَجْرِمَنَّكُمْ شَنَآنُ قَوْمٍ عَلَىٰ أَلَّا تَعْدِلُوا اعْدِلُوا هُوَ أَقْرَبُ لِلتَّقْوَىٰ۔ دیکھنا کسی قوم کی دشمنی تمہیں اس بات پہ نہ ابھارے کہ تم انصاف کا راستہ چھوڑ دو، انصاف کرو، یہی تقوی کے قریب ہے، یہی تقوی کی روش ہے۔ تو انصاف کریں، وہ آپ کا رائٹ ہے، اور اگر آپ انصاف نہیں کر سکتے، طاقتور سے آپ درگزر کا معاملہ کرتے ہیں، تو کمزوروں کے ساتھ زیادہ درگزر کا معاملہ کریں، ورنہ مر کے اللہ کے حضور تو پیش ہونا ہے۔ صحیح بخاری اور صحیح مسلم دونوں کے اندر حدیث موجود ہے، اللہ کے محبوب صلی اللہ علیہ وآلہ وسلم نے فرمایا تم میں سے ہر شخص نگہبان ہے اور اس سے اس کی رعیت کے بارے میں پوچھا جائے گا۔ ایک حکمران اپنی رعایا کے اوپر نگہبان ہے، اس سے اس کے بارے میں پوچھا جائے گا۔ ایک خاوند اپنی بیوی اور بچوں کے اوپر نگہبان ہے، اس سے اس کے بارے میں پوچھا جائے گا۔ ایک بیوی اپنے خاوند کے مال اور اولاد کے اوپر نگہبان ہے، اس سے اس کے بارے میں پوچھا جائے گا۔ اور حکمرانوں کے بارے میں تو اتنی اسٹانشنگ حدیث ہے بخاری اور مسلم دونوں میں، نبی صلی اللہ علیہ وآلہ وسلم نے فرمایا سب سے برا گڈریا اگر کوئی ہو سکتا ہے نا تو وہ ہے جو حکمران ہو اور انصاف نہ کرے۔ ایسا شخص جنت کی خوشبو بھی نہیں پائے گا جو حکمران تھا اور اس نے انصاف نہیں کیا، جنت میں جانا تو دور کی بات، خوشبو بھی نہیں پائے گا۔ اچھا یہاں پہ لوگوں کو شوق بڑا ہے شیروانی پہننے کا، ہاں جی، اسی طریقے سے وہ گونے پہننے کا جو ججوں نے پہنی ہوتی ہیں، اس طریقے سے یہ فوجیوں کے بیج لگوانے کا، لیکن پتہ نہیں کہ اس کے ساتھ ہمیشہ کی ناکامیاں یا کامیابیاں جڑی ہوئی ہیں۔ اگر انصاف کیا تو وہ بخاری مسلم میں حدیث ہے 7 لوگوں کو اللہ کے عرش کا سایہ نصیب ہوگا قیامت کے دن۔ پہلا شخص وہ ہے جو عادل حکمران ہوگا، عدل کرنے والا۔ یہ جج جو ہے نا دنیا میں، یہ اللہ کی کرسی پہ بیٹھے ہوئے ہیں، اگر انصاف کریں گے سب سے پہلے یہ لوگ جنت میں جانے والے ہیں، اور اگر یہ ناانصافی کریں گے تو ان کو اللہ کے عذاب سے بچانے والا کوئی نہیں ہے۔ یعنی جو بھی ڈومیننٹ پوسٹ ہے، خواہ وہ جج ہوں، جرنیل ہوں، پرائم منسٹر ہوں، سب سے بڑھ کر تو پرائم منسٹر چونکہ وہ عوامی نمائندہ ہے، وہ سب سے پہلے اکاؤنٹیبل ہے۔ اسی لیے تو دیکھیں سیدنا عمر نے خالد ابن ولید کو آرمی چیف کے عہدے سے اتار دیا تھا، کیونکہ وہ بعض اوقات امیر المومنین کی انسٹرکشنز کا انتظار کیے بغیر اگلی ایکٹیویٹی پرفارم کرتے تھے۔ حضرت عمر نے کہا کہ نہیں، جو بھی تم ایکٹیویٹی پرفارم کرتے ہو الٹیمیٹلی میں اللہ کے حضور پکڑا جاؤں گا، تمہاری کسی ایکٹیویٹی جو غلط بھی ہو جائے میں اللہ کو کیا جواب دوں گا۔ ان کا ڈیسیژن بالکل اپنی جگہ درست تھا، اور پھر انہوں نے یہ بھی کہا کہ دیکھو اب تو یہ شام کی سرزمین فتح ہو چکی ہے، اب ہمیں کوئی فوجی گورنر نہیں وہاں چاہیے۔ دیکھ لیں حضرت عمر بھی کتنے ڈیموکریٹک تھے، وہ کہتے تھے فوجی نہیں حکومت چلا سکتے۔ ہاں انہوں نے کہا ابو عبیدہ ابن جرح کو بھیجوں گا جس کی رسول اللہ کے ساتھ صحبت ہے، وہ سیاسی معاملات کو چلا سکتے ہیں، کیونکہ تم تلوار کی زبان سے بات کرو گے، تلوار سے آپ عوام کو نہیں قابو کر سکتے، اس کے لیے ڈاکٹرن کی ضرورت ہوتی ہے، سیاسی سمجھ بوجھ کی ضرورت ہوتی ہے۔ تو لوگوں کو تو پتہ ہی نہیں ہے کہ حضرت عمر نے کوئی جذباتی ڈیسیژن کیا ہے، بالکل صحیح ڈیسیژن کیا سی، بالکل صحیح ڈیسیژن کیا تھا انہوں نے۔ حضرت عمر اتنے سمجھدار تھے، انہوں نے پولیس کا محکمہ علیحدہ کر دیا۔ انہوں نے کہا جو فوجی بارڈروں پہ کافروں کے خلاف لڑ رہے ہیں نا وہ پولیس میں بھرتی نہیں ہوں گے، کیونکہ یہ تلوار کی زبان سے بات کرتے ہیں،
पुलिस में वो बंदा होना चाहिए जो अवामी आदमी हो। वैसे अब हमारी पुलिस का भी डंक काफी हद तक निकल चुका है। हाँ मैं बताऊं, हमारा तो चूंकि बड़े अरसे से इंटरेक्शन है ना, तो मेरा तो बड़ा अच्छा तजुर्बा रहा है इस हवाले से। काफी हद तक पढ़े लिखे नौजवान बच्चे आ रहे हैं और वो उन ट्रेनिंग भी बड़ी अच्छी हो रही है। पहले भी होती थी लेकिन वो उस माहौल में आगे खराब हो जाते थे, लेकिन अब काफी बेहतरी आ रही है। जब से डॉक्टर उस्मान साहब आए हैं उन्होंने तो सारे का सारा एक सिलसिला, एक पढ़ा लिखा बंदा आया, काफी बेहतरी को लेके आए, लेकिन अभी भी बहुत बेहतरी की जरूरत है। लेकिन ये हजरत उमर का विजन देखें कि फौजी कोई पुलिस की ड्यूटी नहीं करेगा, क्योंकि पुलिस में वो बंदा होना चाहिए जो गुफ्तगू करके अगले बंदे को कायल कर सके, ये नहीं कि बात बात पे असला निकाल ले। तो ये हमारे बड़ों का एक विजन था। तो हम ज़ाहिर है हमारे लिए तो रोल मॉडल खुलफाए राशिदीन ही है ना, जिन्होंने इतनी बड़ी बड़ी हुकूमतें चलाई हैं बड़ी कामयाबी के साथ, और दुनिया से इस हाल में गए हैं कि उन्होंने इस सिस्टम से कोई बेनिफिट हासिल नहीं किया, उसी तरीके से चटाई पे जिंदगी गुजरी है और दुनिया से चले गए और दुनिया में अपना नाम छोड़ के गए। रज़ियल्लाहु अन्हुम अजमईन व अलैहिमुस्सलाम अजमईन, आमीन। तो हम वक्तन फ़क्तन इन चीज़ों को इसलिए हाईलाइट करते हैं कि ताकि बड़ों तक हमारी आवाज़ पहुंचती रहे और वो इस एतबार से सोचते रहें कि हमसे कोई ऐसा गलत काम ना हो कि अल्लाह के हुजूर हमारी पकड़ हो जाए। वाइज़ीन का काम यही है, हमें नबी इस्लाम ने यही सिखाया, कुंतुम खैरा उम्मतिन उखरिजत लिन्नास तअमुरूना बिल मारूफ व तनहौना अनिल मुनकर व तुमिनूना बिल्लाह। तुम बेहतरीन उम्मत हो इसलिए कि तुम लोगों को नेकी की तरफ बुलाते हो और बुराई से रोकते हो और अल्लाह पर ईमान लाते हो। ईमान बाद में जिक्र किया, नेकी का हुक्म और बुराई से रोकना पहले जिक्र किया। तो ये वाइज़ीन का यही काम है कि वो अपनी जुबान से कम बुराई को रोकेंगे, इसलिए एटलीस्ट जुबान से रोकना चाहिए। हमारे उस्ताद डॉक्टर साद साहब रहीमहुल्लाह कहा करते थे, गूंगे शैतान नहीं बनना चाहिए, कम से कम जुबान जरूर खोलो। और इस तरह का जुबान खोलना किसी को नसीहत करना फायदा दे देता है। बाज़ औक़ात कोई बात इंसान की फंसी भी होती है तो वो निकल जाती है कि यार नहीं, वाकई सोचने की जरूरत है कि ये हम क्यों कर रहे हैं, हमें यूं नहीं करना चाहिए। तो ये फायदा होता है। छੱਡ दो यार, जो कुछ आपको बताया जा रहा है ऐसा नहीं होता, ऐसा तो नहीं होता। हाँ हाँ, किसी नकल लाई इन्होंने भी, मैंने नहीं वो सारी की सारी उम्मीदें तो बढ़ गई। अच्छा ठीक है, यानी कि मर गई। ठीक है ना, ठीक है, ऐसा तो नहीं होता यार। मैंने कहा चले आपको इतनी खुश गुफ्तगू के बाद हंसा दे। ठीक है जी, सल्लु अला मुहम्मद व आलि मुहम्मद, अल्लाहुम्मा सल्लि अला मुहम्मद व अला आलि मुहम्मद व अस्हाबि मुहम्मद व अज़वाजि मुहम्मद व उम्मति मुहम्मद अजमाइन इला यौमिद्दीन, आमीन। तो ऐसी आई थी एक वीडियो ਜਿਹਦੇ ਵਿੱਚ ਦੇਖਿਆ ਕਿ ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਸਾਹਿਬ ਇੱਕ ਗੁਫ਼ਤਗੂ ਕਰ ਰਹੇ ਜਿਹਦੇ ਵਿੱਚ ਉਹ ਦੱਸ ਰਹੇ ਹੈ ਕਿ ਆਰਮੀ ਦੀ ਇਨਵੋਲਵਮੈਂਟ ਹੈ ਜਿਹੜੀ ਉਹ ਸਰਕਾਰ ਦੇ ਵਿੱਚ ਨਹੀਂ ਚਾਹੀਦੀ, ਤੇ ਉਹਨਾਂ ਬੜੇ ਸੋਹਣੇ ਢੰਗ ਨਾਲ ਇਸ ਚੀਜ਼ ਨੂੰ ਐਕਸਪਲੇਨ ਕੀਤਾ। ਵਿੱਚ ਉਹਨਾਂ ਨੇ ਹਜ਼ਰਤ ਉਮਰ ਜੀ ਦਾ ਜੋ ਇੱਕ ਵਾਕਿਆ, ਜੋ ਉਹਨਾਂ ਦਾ ਇਤਿਹਾਸ ਹੈ, ਉਹ ਆਪਾਂ ਨੂੰ ਦੱਸਿਆ ਤੇ ਦੱਸਿਆ ਕਿ ਉਸ ਟਾਈਮ ਤੇ ਵੀ ਉਹਨਾਂ ਨੇ ਇਸ ਚੀਜ਼ ਨੂੰ ਇੰਪਲੀਮੈਂਟ ਕੀਤਾ ਸੀ ਕਿ ਫੌਜ ਆਪਣਾ ਕੰਮ ਕਰ ਰਹੀ ਹੈ ਸਰਹੱਦ ਤੇ, ਬਾਰਡਰ ਤੇ ਜੋ ਪੁਲਿਸ ਹੈ ਉਹ ਆਪਣਾ ਕੰਮ ਕਰ ਰਹੀ ਹੈ ਤੇ ਰਾਜਨੀਤੀ ਲੋਕ ਹੈ ਜਿਹੜੇ ਉਹ ਆਪਣਾ ਕੰਮ ਕਰੇ। ਤੇ ਹੁਣ ਵੀ ਇਹੀ ਚਾਹੀਦਾ ਯਾਰ, ਜਿਹੜਾ ਬੰਦਾ ਜਿਸ ਡੈਜ਼ਿਗਨੇਸ਼ਨ ਤੇ ਹੈ ਉਹਨੂੰ ਉਸੇ ਡੈਜ਼ਿਗਨੇਸ਼ਨ ਦੇ ਬਾਬਤ ਕੰਮ ਕਰਨਾ ਚਾਹੀਦਾ। ਜੇਕਰ ਹੁਣ ਮੰਨ ਲਓ ਮੈਂ ਗ੍ਰਾਫਿਕ ਡਿਜ਼ਾਈਨਰ ਹਾਂ, ਮੈਨੂੰ ਐਡੀਟਿੰਗ ਨਹੀਂ ਆਉਂਦੀ ਤੇ ਮੈਂ ਮਤਲਬ ਮੱਤਾਂ ਦੇ ਰਿਹਾ ਐਡੀਟਰ ਨੂੰ ਕਿ ਯਾਰ ਇਦਾਂ ਹੀ ਇਦਾਂ ਕਰ ਆਏਂ, ਤੇ ਉਹ ਗੱਲ ਥੋੜਾ ਬਣਦੀ ਯਾਰ। ਜਿੱਥੇ ਜਿਹੜੀਆਂ ਚੀਜ਼ਾਂ ਉਹਨੂੰ ਪਤਾ ਨਾ, ਇੱਕ ਐਡੀਟਰ ਨੂੰ ਉਹਨੂੰ ਪਤਾ ਕਿ ਵੀਡੀਓ 'ਚ ਕਿੱਥੇ ਕਿਹੜੀ ਚੀਜ਼ ਲਾਉਣੀ ਆ ਤਾਂ ਉਸੇ ਨੇ ਲਾਉਣੀ ਆ, ਉਹ ਇੱਕ ਡਿਜ਼ਾਈਨਰ ਦਾ ਕੰਮ ਨਹੀਂਗਾ। ਠੀਕ ਹੈ, ਹਾਲਾਂਕਿ ਤੁਸੀਂ ਦੋਨੋਂ ਚੀਜ਼ਾਂ ਕਰ ਸਕਦੇ ਹੋ, ਮੈਂ ਜਸਟ ਇੱਕ ਐਗਜ਼ਾਮਪਲ ਦੇ ਰਿਹਾ। ਸੋ ਪਰ ਪਰਫੈਕਟ ਤੁਸੀਂ ਇੱਕ ਚੀਜ਼ ਹੀ ਕਰੋਗੇ ਤੇ ਜਾਂ ਉਹ ਚੀਜ਼, ਠੀਕ ਹੈ। ਤੇ ਲੇਕਿਨ ਹੁਣ ਜਿਹੜਾ ਵੀ ਬੰਦਾ ਦੇਸ਼ ਚਲਾ ਰਿਹਾ ਤਾਂ ਆਈ ਥਿੰਕ ਉਹਨੂੰ ਦੇਸ਼ ਚਲਾਉਣ ਦੇਣਾ ਚਾਹੀਦਾ। ਸਾਡੇ ਇੱਧਰ ਇੰਡੀਆ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਇਕਨੋਮਿਕਲੀ ਐਡੇ ਇੱਕ ਕਾਬਲ ਇਨਸਾਨ ਹੈ ਨਾ ਉਹ, ਕਿ ਉਹਨਾਂ ਨੇ ਜੇਕਰ ਉਹ PM ਹੁੰਦੇ ਤਾਂ ਇਸ ਟਾਈਮ ਜੋ ਇੰਡੀਆ ਦੀ ਇਕਨੋਮੀ ਹੈ ਚਾਹੇ ਹੁਣ ਵੀ ਵਧੀਆ ਹੈ ਪਰ ਇਸ ਤੋਂ ਵੀ ਜ਼ਿਆਦਾ ਵਧੀਆ ਕਰ ਦੇਣੀ ਸੀ ਉਹਨਾਂ ਨੇ। ਲੇਕਿਨ ਚੱਕਰ ਇਹ ਸੀ ਕਿ ਉਹ ਕਠਪੁਤਲੀ ਬਣ, ਠੀਕ ਹੈ। ਉਹ ਵੀ ਫੈਸਲਾ ਲੈਣ ਦੀ ਪਾਵਰ ਉਹਨਾਂ 'ਚ ਨਹੀਂ, ਉਹ ਅੱਗੇ ਕਿਸੇ ਹੋਰ ਵਿੱਚ ਸੀ। ਇੱਕ ਜਦੋਂ ਬੰਦੇ ਕੋਲ ਪਾਵਰ ਹੁੰਦੀ ਹੈ ਨਾ ਤਾਂ ਉਹਦਾ ਫੈਸਲਾ ਦੇਖੋ, ਸਾਡੇ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਆਰਮੀ ਦੀ ਇਨਵੋਲਵਮੈਂਟ ਉਸ ਤਰ੍ਹਾਂ ਨਹੀਂ ਰਹੀ ਕਦੇ ਵੀ ਸਰਕਾਰ ਦੇ ਵਿੱਚ ਜਿਸ ਤਰ੍ਹਾਂ ਪਾਕਿਸਤਾਨ ਦੀ ਰਹਿੰਦੀ। ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਦੇ ਵਿੱਚ ਇਹ ਚੀਜ਼ ਹੋ ਰਹੀ ਹੈ ਤੇ ਉਹਦਾ ਖਾਮਿਆਜ਼ਾ ਭੁਗਤਣਾ ਪੈਂਦਾ ਆਮ ਲੋਕਾਂ ਨੂੰ। ਆ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਹੋ, ਮਹਿੰਗਾਈ ਹੋਣੀ, ਬੇਰੁਜ਼ਗਾਰੀ ਹੋ, ਗਰੀਬੀ ਹੋ, ਲੋਕਾਂ ਦੇ ਕੰਮ ਨਾ ਹੋ, ਠੀਕ ਹੈ, ਜਾਂ ਬੱਚਿਆਂ ਨੂੰ ਸਹੀ ਸਿੱਖਿਆ ਨਾ, ਹਸਪੀਟਲਾਂ ਦੇ ਵਿੱਚ ਸਹੀ ਇਲਾਜ ਨਾ ਹੋਣਾ। ਜਿਵੇਂ ਉਹਨੇ ਦੱਸਿਆ ਕਿ ਹੱਥ ਖੜੇ ਕਰਤੇ ਉਹਨਾਂ ਨੇ ਕਿ ਇਲਾਜ ਸਾਡੇ ਕੋਲ ਬਜਟ ਹੀ ਹੈ ਨਹੀਂ, ਅਸੀਂ ਗਰੀਬਾਂ ਦਾ ਇਲਾਜ ਕਿਵੇਂ ਕਰੀਏ। ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨਾ ਜਿਹੜੀਆਂ ਸ਼ਾਇਦ ਇੱਕ ਆਮ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਇੰਨਾ ਕੁਝ ਚੱਲਣ ਡਿਆ। ਤੇ ਉਹ ਜਦੋਂ ਫਾਈਨਲ ਸਟੇਜ ਆਉਂਦੀ ਹੈ ਨਾ, ਜਦੋਂ ਹੱਥ ਖੜੇ ਹੋ ਜਾਂਦੇ, ਜਦੋਂ ਫਿਰ ਹੱਲ ਨਿਕਲਦਾ ਹੀ ਨਹੀਂ, ਉਦੋਂ ਕਹਿੰਦੇ ਫਿਰ ਲੋਕਾਂ ਨੂੰ ਪਤਾ ਲੱਗਦਾ ਕਿ ਯਾਰ ਨੁਕਸਾਨ ਹੋ ਗਿਆ। ਤੇ ਉਦੋਂ ਜਦੋਂ ਸੁੱਤੀ ਹੋਈ ਆਵਾਮ ਜਿਹੜੀ ਜਾਗਦੀ ਹੈ ਤੇ ਉਹ ਵੋਟਾਂ ਪਾਉਂਦੀ ਹੈ, ਤੇ ਉਹ ਵੋਟਾਂ ਜਦੋਂ ਪੈ ਜਾਂਦੀਆਂ ਤੇ ਉਦੋਂ ਫਿਰ ਸਹੀ ਰਿਜ਼ਲਟ ਹੀ ਸਾਹਮਣੇ ਆਉਂਦਾ, ਤਾਂ ਫਿਰ ਯਾਰ ਕਿੰਨਾ ਧੱਕੇ ਵਾਲੀ ਗੱਲ ਹੈ। ਸੋ ਮੈਨੂੰ
ਮਤਲਬ ਮੈਂ ਇਸ ਕਰਕੇ ਇਹ ਗੱਲਾਂ ਕਰਦਾ ਯਾਰ ਕਿਉਂਕਿ ਮੇਰੀ ਕਾਫੀ ਸਾਰੀ ਆਡੀਅנס ਜਿਹੜੀ ਆਪਣੇ ਚੈਨਲ ਤੇ 40% ਜਿਹੜੀ ਆਡੀਅנס ਹੈ ਨਾ ਉਹ ਪਾਕਿਸਤਾਨ ਤੋਂ ਆ, 30% ਇੰਡੀਆ ਤੋਂ ਆ, ਬਾਕੀ ਵਰਲਡ ਵਾਈਡ। ਜਿਨ੍ਹਾਂ ਨੂੰ ਨਹੀਂ ਪਤਾ, YouTube ਦੇ ਵਿੱਚ ਡੈਸ਼ਬੋਰਡ ਦੇ ਵਿੱਚ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਤੁਹਾਡੀ ਜਿਹੜੀ ਆਡੀਅנס ਹੈ ਤੁਹਾਨੂੰ ਦੇਖਣ ਵਾਲੇ ਉਹ ਕਿਹੜੇ-ਕਿਹੜੇ ਦੇਸ਼ਾਂ ਤੋਂ ਆ, ਕਿਹੜੀ-ਕਿਹੜੀ ਸਟੇਟ ਤੋਂ, ਕਿਹੜੇ-ਕਿਹੜੇ ਸ਼ਹਿਰ ਤੋਂ ਹੈ, ਕਿੰਨੀ ਉਮਰ ਦੇ ਲੋਕ ਹੈ, ਬੰਦੇ ਜ਼ਿਆਦਾ ਹੈ ਕਿ ਬੁੜੀਆਂ ਜ਼ਿਆਦਾ, ਸਾਰਾ ਕੁਝ ਪਤਾ ਲੱਗ ਜਾਂਦਾ। ਐਵਰੀਥਿੰਗ ਡਿਟੋ। ਐਲਗੋਰਿਥਮ ਬਹੁਤ ਘੈਂਟ ਹੈ YouTube ਦਾ। 40% ਆਡੀਅנס ਹੈ ਜਿਹੜੀ, ਮੈਂ ਉਹਦੇ ਕਰਕੇ ਇਹ ਗੱਲਬਾਤ ਕਰ ਰਿਹਾ ਕਿਉਂਕਿ ਤੁਸੀਂ ਲੋਕ ਮੈਨੂੰ ਦੇਖਦੇ ਹੋ, ਮੇਰੀਆਂ ਗੱਲਾਂ ਸੁਣਦੇ ਹੋ, ਚਾਹੇ ਉਹ ਭਾਰਤ ਦੀ ਗੱਲ ਹੋਵੇ, ਪੰਜਾਬ ਦੀ ਗੱਲ ਹੋਵੇ, ਪਾਕਿਸਤਾਨ ਦੀ ਗੱਲ ਹੋਵੇ, ਹਿੰਦੂ, ਸਿੱਖ, ਮੁਸਲਮ, ਈਸਾਈ, ਜਿਹਦੀ ਵੀ ਗੱਲ ਹੋਵੇ ਆਪਾਂ ਕਰਦੇ ਹਾਂ ਨਾ। ਤੇ ਜੇ ਹੁਣ ਇਸ ਟਾਈਮ ਜੋ ਟ੍ਰੈਂਡਿੰਗ ਟੌਪਿਕ ਆ ਉਹ ਪੋਲਿਟਿਕਸ ਆ ਤਾਂ ਉਹਦੇ ਤੇ ਵੀ ਗੱਲ ਕਰਨੀ ਬਣਦੀ ਹੈ। ਸੋ ਹੋਪ ਸੋ ਕਿ ਚੰਗਾ ਰਿਜ਼ਲਟ ਸਾਹਮਣੇ ਆਵੇ, ਜਿਹੜਾ ਬੰਦਾ ਡਿਜ਼ਰਵ ਕਰਦਾ ਉਹ ਬੰਦੇ ਦੀ ਸਰਕਾਰ ਆਵੇ ਤੇ ਲੋਕਾਂ ਦੇ ਕੰਮ ਜਿਹੜੇ ਆ ਉਹ ਪੂਰੇ ਕਰੇ। ਜਿਨ੍ਹਾਂ ਨੇ ਲੋਕਾਂ ਨੇ ਜਿਨ੍ਹਾਂ ਤੋਂ ਉਮੀਦਾਂ ਲਾਈ ਤੇ ਉਹ ਵੀ ਆਪਣਾ ਕੰਮ ਚੰਗੀ ਤਰ੍ਹਾਂ ਕਰਨ, ਹਨਾ। ਇਹ ਨਹੀਂ ਕਿ ਸੱਤਾ ਦੇ ਵਿੱਚ ਆ ਕੇ ਫਿਰ ਉਹੀ ਚੀਜ਼ਾਂ ਹੋ ਜਾਣ। ਸੋ ਬਾਕੀ ਇਹੀ ਹੈ, ਸ਼ਾਇਦ ਹੁਣ ਵੇਲਾ ਹੈ ਜਿਹੜਾ ਯਾਰ ਉਸ ਚੀਜ਼ ਨੂੰ ਚੇਂਜ ਕਰਨ ਦਾ, ਜਿਹੜੀ ਇੰਨੇ ਸਾਲਾਂ ਤੋਂ ਹੋ ਰਹੀ ਹੈ। ਕਿਉਂਕਿ ਜੇਕਰ ਸਹੀ ਹਰ ਇੱਕ ਪ੍ਰਾਈਮ ਮਿਨਿਸਟਰ ਆਪਦੇ 5-5 ਸਾਲ ਪੂਰੇ ਕਰੇਗਾ ਨਾ, ਤਾਂ ਵੀ 15-20 ਸਾਲ ਆਰਾਮ ਨਾਲ ਲੱਗ ਜਾਣਗੇ ਇੱਕ ਸਟੇਬਿਲਿਟੀ ਲਿਆਉਣ ਦੇ ਲਈ। ਤੇ ਇਹ ਬਿਲਕੁਲ ਸਹੀ ਗੱਲ ਹੈ। ਪਿਛਲੀ ਵਾਰੀ ਤੁਸੀਂ ਆંકੜਾ ਚੈੱਕ ਕਰ ਲਓ ਕਿ ਕਿੰਨੇ ਪਾਕਿਸਤਾਨੀ ਲੋਕ ਪਾਕਿਸਤਾਨ ਨੂੰ ਛੱਡ ਕੇ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਵਸੇ ਹੈ, ਠੀਕ ਹੈ। ਕੱਲੇ ਤੇ ਪਾਕਿਸਤਾਨੀਆਂ ਦੀ ਗੱਲ ਨਹੀਂ, ਸਾਡੇ ਪੰਜਾਬ ਚੋਂ ਵੀ ਕਈ ਲੱਖਾਂ ਦੇ ਵਿੱਚ ਨੌਜਵਾਨ ਮੁੰਡੇ ਜਿਹੜੇ ਬਾਹਰ ਗਏ, ਮਤਲਬ 30-30 35-35 ਲੱਖ ਰੁਪਇਆ ਲਾ ਕੇ ਉਹ ਬਾਹਰ ਜਾਣ ਨੂੰ ਤਿਆਰ ਹੈ। ਸਾਡੇ ਇੰਡੀਆ ਦੀ ਗੱਲ ਕਰ ਰਹੇ ਹਾਂ, ਪਰ ਉਹੀ 30-35 ਲੱਖ ਤੁਸੀਂ ਆਪਣੇ ਕਿਤੇ ਇਨਵੈਸਟ ਕਰਕੇ ਇੱਕ ਵਧੀਆ ਬਿਜ਼ਨਸ, ਇੱਕ ਵਧੀਆ ਸਟਾਰਟਅਪ ਖੋਲ ਸਕਦੇ ਹੋ। ਪਰ ਉਹ ਇੱਥੇ ਇੰਡੀਆ ਦੇ ਵਿੱਚ ਰਹਿ ਕੇ ਨਹੀਂ ਕਰਨਾ ਚਾਹੁੰਦੇ। ਸੇਮ ਚੀਜ਼ ਇੰਪਲੀਮੈਂਟ ਹੁੰਦੀ ਹੈ ਪਾਕਿਸਤਾਨ, ਕਿ ਉਹ 50-50 60-60 ਲੱਖ ਰੁਪਇਆ ਲਾ ਕੇ ਕੈਨੇਡਾ, ਅਮਰੀਕਾ, ਦੁਬਈ ਜਾਂ ਅਰਬ ਜਿਹੜੇ ਮੁਲਕ ਆ ਉਹਨਾਂ ਦੇ ਵਿੱਚ ਜਾ ਕੇ ਉਸੇ ਮਜ਼ਦੂਰੀਆਂ ਕਰਨਾ ਪਸੰਦ ਕਰਦੇ ਆ। ਪਰ ਕਹਿੰਦੇ ਵੀ ਉੱਥੇ ਹੀ ਨਹੀਂ ਕਰਨਾ, ਕਿਉਂਕਿ ਉਹਨਾਂ ਨੂੰ ਪਤਾ ਹੈ, ਜਿਵੇਂ ਅਲੀ ਮਿਰਜ਼ਾ ਸਾਹਿਬ ਨੇ ਕਿਹਾ ਕਿ ਜੇਕਰ ਬਾਹਰਲੇ ਲੋਕ 40% ਟੈਕਸ ਪੇ ਕਰ ਰਹੇ ਆ ਨਾ, ਤਾਂ ਉਸ ਦੇ ਮਤਲਬ ਉਲਟ ਨਾ ਉਹਨਾਂ ਨੂੰ ਸਰਕਾਰ ਦਿੰਦੀ ਵੀ ਬਹੁਤ ਕੁਝ ਹੈ, ਬਹੁਤ ਸਾਰੀਆਂ ਸੁੱਖ ਸਹੂਲਤਾਂ ਮਿਲਦੀਆਂ। ਇੱਕ ਸਿਸਟਮ ਹੈ, ਸਾਰੇ ਲੋਕ ਉਹਨੂੰ ਫੋਲੋ ਕਰਦੇ ਆ, ਠੀਕ ਹੈ। ਕਰਪਸ਼ਨ ਨਹੀਂ ਕਿ ਉੱਥੇ ਕਰਪਸ਼ਨ ਨਹੀਂ ਹੋਏਗੀ, ਕਰਪਸ਼ਨ ਵੀ ਹੋਏਗੀ, ਪਰ ਉਹ ਬੜੀ ਘੱਟ ਦਰਜੇ ਤੇ ਹੁੰਦੀ ਹੋਣੀ ਹੈ, ਜਿਹੜੀ ਸ਼ਾਇਦ ਇੰਡੀਆ ਪਾਕਿਸਤਾਨ 'ਚ ਇੱਕ ਆਮ ਜੀ ਗੱਲ ਹੈ। ਸੋ ਇਹ ਫਰਕ ਹੈਗਾ ਇਹਨਾਂ ਚੀਜ਼ਾਂ ਦਾ। ਬਾਕੀ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਥੱਲੇ ਕਮੈਂਟ ਕਰਕੇ ਦੱਸਿਓ। ਕਾਫੀ ਵੱਡੀ ਵੀਡੀਓ ਹੋ ਗਈ, ਮੇਰਾ ਹੁਣ ਧਿਆਨ ਗਿਆ। ਤੇ ਜੇਕਰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ। ਮੈਨੂੰ ਦਿਓ ਇਜਾਜ਼ਤ।